ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। अपने कर्म की गत मैं क्या जानो, मैं क्या जानो बाबा रे, मैं क्या जानू बाबा रे। नरु मरै नर काम न आवे, पशु मरै दस काज सवारे। अपने कर्म की गत मैं क्या जानो, मैं क्या जानू बाबा रे, मैं क्या जानू बाबा रे। ਭਗਤ ਕਬੀਰ ਜੀ ਆਪਣੀ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮੈਨੂੰ ਕੋਈ ਪਤਾ ਨਹੀਂ ਕਿ ਮੇਰੇ ਨਾਲ ਕਿਵੇਂ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਪਣੇ ਕਰਮਾਂ ਬਾਰੇ ਪਤਾ ਕਿ ਮੇਰੇ ਕਰਮ ਕਿਸ ਤਰ੍ਹਾਂ ਦੇ ਨੇ। ਮੈਂ ਕਿਆ ਜਾਣੂ ਬਾਬਾ ਰੇ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੇ ਦਸ ਕਾਜ ਸਵਾਰੈ। ਮਨੁੱਖ ਜਦੋਂ ਇਸ ਦੁਨੀਆ ਤੋਂ ਜਾਂਦਾ ਪਿਆਰੂ, ਕਿਸੇ ਵੀ ਕੰਮ ਨਹੀਂ ਆਉਂਦਾ। ਇਹਦਾ ਹੱਡ ਮਾਸ ਚੰਨ ਕਿਸੇ ਵੀ ਕੰਮ ਨਹੀਂ ਆਉਂਦਾ। ਅਤੇ ਜਿਹੜਾ ਪਸ਼ੂ ਹੈ ਉਹ ਹਜ਼ਾਰਾਂ ਹੀ ਕਾਜ ਸਵਾਰ ਦਿੰਦੇ ਨੇ, ਜੁੱਤੇ ਉਹਨਾਂ ਦੇ ਬਣਾਏ ਜਾਂਦੇ ਨੇ, ਹੋਰ ਕਈ ਥਾਵਾਂ 'ਤੇ ਕੰਮ ਆਉਂਦੇ ਨੇ ਪਿਆਰਿਓ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਕਹਿੰਦੇ ਮੈਨੂੰ ਕੋਈ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਵੇਗਾ। ਪਿਆਰਿਓ, ਇਹ ਕਰਮ ਇੱਕ ਐਸੀ ਗਤੀ ਹੈ, ਕਰਮ ਜੋ ਵੀ ਅਸੀਂ ਕਰਦੇ ਹਾਂ ਉਹ ਆਪਣਾ ਫਲ ਜ਼ਰੂਰ ਦਿੰਦਾ ਹੈ। ਜਿਹੋ ਜਿਹਾ ਅਸੀਂ ਬੀਜਦੇ ਹਾਂ ਉਹੋ ਜਿਹਾ ਪਿਆਰੂ ਵੱਢ ਲੈਂਦੇ ਹਾਂ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਹ ਕਰਮ ਇੱਕ ਐਸੀ ਗਤੀ ਹੈ, ਜੋ ਕੁਝ ਵੀ ਮਨੁੱਖ ਕਰਦਾ, ਮਨੁੱਖ ਇਹੋ ਹੀ ਕਹਿੰਦਾ ਹੈ ਕਿ ਮੈਂ ਤੇ ਮਾੜਾ ਕਰਮ ਕੋਈ ਕੀਤਾ ਨਹੀਂ, ਪਰ ਪਤਾ ਨਹੀਂ ਮੈਨੂੰ ਸਜ਼ਾ ਕਿਉਂ ਹੈ। ਫਿਰ ਜਗਤ ਦੇ ਵਿੱਚ ਵੇਖਦਾ ਹੈ ਕਿ ਆਹ ਵੇਖੋ, ਆਹ ਮਨੁੱਖ ਜਿਹੜੇ ਕੋਈ ਚੰਗਾ ਕਰਮ ਨਹੀਂ ਕਰਦੇ ਪਰ ਇਹ ਸੁਖੀ ਨੇ। ਪ੍ਰਤੀਤ ਪਿਆਰਿਓ ਸੁਖੀ ਹੁੰਦਾ ਹੈ, ਪਰ ਜਦੋਂ ਪੁੱਛ ਕੇ ਵੇਖੋ, ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਤਿਨ ਭਉ ਸਾਗਰ ਤਰਿਆ। ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਘਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਾਟੈ। ਪਿਆਰਿਓ, ਜਗਤ ਦੇ ਵਿੱਚ ਸੁਖੀ ਕੋਈ ਵੀ ਨਹੀਂ। ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਸ ਗੱਲ ਦੀ ਮੋਹਰ ਲਾ ਦਿੱਤੀ, ਬਾਲੀ ਰੋਵੈ ਨਾਹੀਂ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਕਰਮ ਇੱਕ ਐਸੀ ਗਤੀ ਹੈ, ਜੋ ਕੁਝ ਵੀ ਅਸੀਂ ਕਰਦੇ ਹਾਂ ਪਿਆਰਿਓ, ਚਿੱਤਰ ਗੁਪਤ ਸਾਡੇ ਮੋਢਿਆਂ ਦੇ ਉੱਤੇ ਬੈਠੇ ਹੋਏ ਨੇ, ਹਰ ਵੇਲੇ ਵਾਚ ਕਰ ਰਹੇ ਨੇ, ਨਾਲ ਦੇ ਨਾਲ ਹੀ ਹਿਸਾਬ ਕਿਤਾਬ ਲਿਖਿਆ ਜਾ ਰਿਹਾ। ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਉਸ ਵੇਲੇ ਤੇਰਾ ਪੜਦਾ ਕਿਸ ਨੇ ਢਕਣਾ। ਪਿਆਰੂ, ਫਿਰ ਵੀ ਜਦੋਂ ਅਸੀਂ ਕੋਈ ਕਰਮ ਕਰਦੇ ਹਾਂ, ਕਹਿੰਦੇ ਕਦਮ ਪੁੱਟਣ ਲੱਗਿਆਂ ਸਾਨੂੰ ਇਹ ਸੋਚਣਾ ਚਾਹੀਦਾ ਹੈ। ਕੋਈ ਵੀ ਜਦੋਂ ਕਦਮ ਪੁੱਟਦੇ ਹਾਂ, ਕਿਸੇ ਪਾਸੇ ਨੂੰ ਜਦੋਂ ਚੱਲਦੇ ਹਾਂ, ਸਾਨੂੰ ਇਹ ਪਤਾ ਹੋਣਾ ਚਾਹੀਦਾ, ਸੋਚ ਹੋਣੀ ਚਾਹੀਦੀ ਹੈ ਇਹ ਕਰਮ ਅਸੀਂ ਕੈਸਾ ਕਰ ਰਹੇ ਹਾਂ। ਪਰ ਫਿਰ ਵੀ ਜੋ ਹੋਣੀ ਹੈ ਉਹ ਬੜੀ ਬਲਵਾਨ ਹੈ ਪਿਆਰੂ। ਜੋ ਹੋਣਾ ਹੈ ਉਹ ਹੋ ਕੇ ਰਹਿੰਦਾ, ਪਰ ਜਿਤਨਾ ਬਚਾਅ ਹੋ ਸਕੇ ਉਤਨਾ ਬਚਾਅ ਤੇ ਹੀ ਕਰਨਾ ਹੀ ਚਾਹੀਦਾ। ਉਸ ਮਾਲਕ ਦਾ ਧੰਨਵਾਦ ਕਰਨਾ ਚਾਹੀਦਾ, ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ। ਇੱਕ ਸਾਖੀ ਆਉਂਦੀ ਹੈ ਕਿ ਕੋਈ ਸੁਨਾਰ, ਜਿਹੜਾ ਸੁਨਾਰੇ ਦਾ ਕੰਮ ਕਰਦਾ ਸੀ, ਗਹਿਣੇ ਬਣਾਇਆ ਕਰਦਾ ਸੀ, ਬੜਾ ਵੱਡਾ ਕਾਰੋਬਾਰ ਉਸਦਾ, ਬੜੇ ਲੋਕ ਉਸਦੇ ਕੋਲ ਆਇਆ ਕਰਦੇ ਸਨ। ਅਤੇ ਇੱਕ ਪਹਿਰੇਦਾਰ, ਜਿਹੜਾ ਕਿ ਚੌਂਕੀਦਾਰ ਜਿਸ ਨੂੰ ਕਹਿ ਲਵੋ, ਜਿਹਨੇ ਪਹਿਰੇਦਾਰੀ ਰਾਤ ਦੀ ਕਰਨੀ ਹੁੰਦੀ ਹੈ, ਰਾਤ ਦੀ ਪਹਿਰੇਦਾਰੀ ਕਰਿਆ ਕਰਦਾ ਸੀ। ਇਹ ਕਰਮ ਦੀ ਗੱਲ ਪਿਆਰਿਓ, ਵੀ ਕਰਮ ਕਿਹੋ ਜਿਹੇ ਨੇ, ਕਰਮ ਕਿਸ ਤਰੀਕੇ ਦੇ ਨਾਲ ਕੀਤਾ ਹੋਇਆ ਅਤੇ ਕਿਹੋ ਜਿਹਾ ਫਲ ਮਿਲਦਾ ਹੈ, ਕਰਮ ਦੀ ਗੱਲ ਹੈ ਇਸ ਦੇ ਵਿੱਚ ਸਾਰੀ। ਕਹਿੰਦੇ ਪਹਿਰੇਦਾਰ ਨੇ ਵੇਖਿਆ ਇੱਕ ਦਿਨ ਕਿ ਇਹ ਸੁਨਾਰੇ ਦੇ ਕੋਲ ਬਹੁਤ ਸਾਰੇ ਗਾਹਕ ਆਉਂਦੇ ਨੇ ਅਤੇ ਬਹੁਤ ਇਹਦੇ ਕੋਲ ਜੇਵਰਾਤ ਨੇ, ਬਹੁਤ ਇਸ ਦੇ ਕੋਲ ਸੋਨਾ ਹੈ। ਇੱਕ ਦਿਨ ਇਸ ਦਾ ਮਨ ਬੇਈਮਾਨ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਵਾਰ ਦੇ ਵਿੱਚ ਇਹ ਗੱਲ ਕਹਿੰਦੇ ਨੇ, ਜੇ ਘਰ ਭੰਨੇ ਪਾਹਰੂ ਕੌਣ ਰਾਖਣ ਹਾਰਾ।
ਜੇ ਮਾਂ ਪੂਤੈ ਵਿਸਦੇ ਤਿਸਤੇ ਕਿਸ ਪਿਆਰਾ। ਬੇੜੀ ਡੋਬੈ ਪਾਤਣੀ ਕਿਉ ਪਾਰ ਉਤਾਰਾ। ਆਗੂ ਲੈ ਉਜੜ ਪਵੈ ਕਿਸ ਕਰੀ ਪੁਕਾਰਾ। ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਮੇਨ ਆਪਾਂ ਇਸ ਤੋਂ ਇਹ ਗੱਲ ਲੈਣੀ ਹੈ ਕਿ ਜੇ ਕਿਧਰੇ ਪਹਿਰੇਦਾਰ ਘਰ ਨੂੰ ਭੰਨਣਾ ਸ਼ੁਰੂ ਕਰ ਦੇਵੇ ਤੇ ਕੌਣ ਬਚਾਵੇਗਾ ਪਿਆਰੂ। ਜਿਸਨੇ ਚੌਂਕੀਦਾਰਾ ਕਰਨਾ, ਜਿਸਨੇ ਪਹਿਰੇਦਾਰੀ ਕਰਨੀ ਆ, ਜੇ ਕਿਧਰੇ ਉਹੀ ਘਰ ਨੂੰ ਤੋੜਨਾ ਚਾਹਵੇ ਤੇ ਘਰ ਨੂੰ ਕੋਈ ਨਹੀਂ ਬਚਾ ਸਕਦਾ। ਹੁਣ ਇਸ ਦੀ ਨੀਅਤ ਬਦਲ ਗਈ ਤੇ ਮਨ ਦੇ ਵਿੱਚ ਸੋਚਿਆ, ਰਾਤ ਵੇਲੇ ਪਹਿਰਾ ਦੇਣ ਵਾਸਤੇ ਆਇਆ ਤੇ ਇਸਨੇ ਕੀ ਕੀਤਾ ਹੈ। ਉਹ ਸੁਨਾਰ ਦੇ ਘਰ ਦੇ ਵਿੱਚ ਵੜ ਕੇ ਪਿਆਰਿਓ ਪਹਿਲੇ ਤੇ ਇਸਨੇ ਸੁਨਾਰ ਨੂੰ ਮਾਰ ਦਿੱਤਾ। ਫਿਰ ਜਿਤਨਾ ਗਹਿਣਾ ਗੱਟਾ ਸੀ, ਸੋਨਾ ਚਾਂਦੀ ਜੋ ਕੁਝ ਵੀ ਸੀ, ਸਾਰਾ ਇੱਕ ਸੰਦੂਕ ਦੇ ਵਿੱਚ ਪਾ ਲਿਆ ਤੇ ਉਸ ਨੂੰ ਲੈ ਕੇ ਤੁਰ ਪਿਆ। ਜਦੋਂ ਲੈ ਕੇ ਤੁਰਿਆ ਬਾਹਰ ਨੂੰ ਤੇ ਕੀ ਵੇਖਦਾ, ਉਸ ਦੇ ਸਾਹਮਣੇ ਇੱਕ ਪਰਿਵਾਰ ਰਹਿੰਦਾ ਸੀ। ਸਾਹਮਣੇ ਜਿਸ ਦਾ ਘਰ ਸੀ, ਉਹ ਗੁਰਸਿੱਖ ਆ ਕੇ ਜਿਸ ਵੇਲੇ ਉਸਨੇ ਵੇਖਿਆ ਕਿ ਇਸਨੇ ਸੁਨਿਆਰੇ ਦੇ ਘਰ ਤੋਂ ਟੈਚੀ ਚੁੱਕਿਆ ਲੱਗਦਾ ਹੈ, ਚੋਰੀ ਕੀਤੀ ਲੱਗਦੀ ਹੈ, ਤੇ ਆਖਣ ਲੱਗਾ ਪਹਿਰੇਦਾਰ ਨੂੰ, ਚੌਂਕੀਦਾਰ ਇਹ ਕੀ ਹੈ। ਕਹਿੰਦੇ ਇਹ ਕੁਝ ਨਹੀਂ ਆ। ਕਹਿੰਦੇ ਕੁਝ ਤਾਂ ਹੈ। ਕਹਿੰਦੇ ਕੁਝ ਤਾਂ ਹੈ ਜੋ ਚੁੱਕੀ ਜਾ ਰਹੇ ਆ ਟੈਚੀ ਦੇ ਵਿੱਚ। ਕਹਿੰਦੇ ਤੂੰ ਚੁੱਪ ਕਰ ਜਾ। ਕਹਿੰਦੇ ਬਸ ਚੁੱਪ ਕਰ ਜਾ, ਇੱਥੇ ਕਹਿਣ ਦੀ ਗੱਲ ਕੋਈ ਨਹੀਂ। ਤੇ ਕਹਿੰਦੀ ਜੇ ਤੂੰ ਚਾਹੇ ਤੇ ਤੈਨੂੰ ਮੈਂ ਹਿੱਸਾ ਇਹਦੇ ਵਿੱਚੋਂ ਦੇ ਦਿੰਦਾ, ਪਰ ਤੂੰ ਚੁੱਪ ਕਰ ਜਾ। ਇਹ ਮੈਂ ਸੁਨਿਆਰੇ ਦੇ ਘਰ ਦੇ ਵਿੱਚੋਂ ਕਹਿੰਦੇ ਗਹਿਣੇ ਚੁਰਾਏ ਨੇ, ਤੂੰ ਵੀ ਹਿੱਸਾ ਲੈ ਲਾ ਤੇ ਚੁੱਪ ਕਰਕੇ ਬੈਠ ਜਾ, ਆਪਣੇ ਘਰ ਜਾ। ਉਹ ਕਹਿੰਦਾ ਨਹੀਂ, ਮੈਂ ਇਸ ਤਰ੍ਹਾਂ ਨਹੀਂ ਕਰਨ ਲੱਗਾ। ਮੈਂ ਇਹ ਬੇਈਮਾਨੀ ਦਾ ਪੈਸਾ ਨਹੀਂ ਲੈਣਾ, ਬੇਈਮਾਨੀ ਮੈਂ ਨਹੀਂ ਕਰਨੀ। ਕਹਿੰਦੇ ਜੇ ਮੈਂ ਬੇਈਮਾਨੀ ਕਰਾਂਗਾ ਤੇ ਮੇਰਾ ਪਰਲੋਕ ਖਰਾਬ ਹੋਵੇਗਾ, ਮੈਂ ਇਹ ਕੰਮ ਨਹੀਂ ਕਰਨਾ। ਹੁਣ ਉਹ ਜਿਹੜਾ ਪਹਿਰੇਦਾਰ ਸੀ, ਪਹਿਲਾਂ ਤੇ ਉਸਨੇ ਇਹ ਜੁਗਤ ਵਰਤੀ ਕਿ ਇਹ ਸਮਝ ਜਾਵੇਗਾ, ਇਹ ਮੰਨ ਜਾਵੇਗਾ ਮੇਰੀ ਗੱਲ। ਜਿਸ ਵੇਲੇ ਉਹ ਸੱਜਣ ਪਿਆਰਾ ਨਹੀਂ ਮੰਨਿਆ, ਇਸਨੇ ਉਸਨੂੰ ਬਾਂਹ ਤੋਂ ਫੜ ਲਿਆ, ਬਾਂਹ ਮਰੋੜ ਕੇ ਪਿੱਛੇ ਲਾ ਲਈ। ਆਖਣ ਲੱਗਾ ਸੀਟੀ ਮਾਰ ਕੇ ਸਾਰੇ ਲੋਕਾਂ ਨੂੰ ਲਾਗੇ ਇਕੱਠਿਆਂ ਕਰ ਲਿਆ। ਸਾਰੇ ਲੋਕ ਜਿਸ ਵੇਲੇ ਇਕੱਠੇ ਹੋ ਗਏ, ਕਹਿੰਦੇ ਆਹ ਵੇਖੋ ਗਵਾਂਢ ਰਹਿੰਦੇ ਨੇ ਕੀ ਕੀਤਾ ਹੈ। ਕਹਿੰਦੇ ਸੁਨਾਰੇ ਦਾ ਸਾਰਾ ਘਰ ਲੁੱਟ ਲਿਆ, ਗਹਿਣੇ ਸਾਰੇ ਲੁੱਟ ਲਏ ਤੇ ਉਸ ਨੂੰ ਮਾਰ ਕੇ ਤੇ ਹੁਣ ਕਹਿੰਦੇ ਇਹ ਗਹਿਣੇ ਲੈ ਕੇ ਜਾ ਰਿਹਾ ਸੀ। ਮੈਂ ਫੜ ਲਿਆ ਇਸ ਨੂੰ। ਸੀਟੀ ਮੈਂ ਇਸ ਕਰਕੇ ਵਜਾਈ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ। ਹੁਣ ਕਹਿੰਦੇ ਪੁਲਿਸ ਨੂੰ ਬੁਲਾਓ ਤੇ ਇਹ ਸੱਜਣ ਨੂੰ ਹਵਾਲੇ ਕਰ ਦਈਏ, ਕਿਉਂਕਿ ਸੁਨਾਰੇ ਨੂੰ ਵੀ ਇਸਨੇ ਮਾਰ ਦਿੱਤਾ, ਕਤਲ ਵੀ ਇਸ ਦੇ ਜ਼ਿੰਮੇ ਪਵੇਗਾ ਤੇ ਆ ਜਿਹੜਾ ਸਾਰਾ ਸਮਾਨ ਹੈ ਚੁੱਕਿਆ ਇਸਨੇ, ਇਹ ਵੀ ਉਹਨਾਂ ਦੇ ਘਰ ਵਾਲਿਆਂ ਨੂੰ ਵਾਪਸ ਕੀਤਾ ਜਾਵੇ। ਪਿਆਰਿਓ ਪੁਲਿਸ ਆਈ। ਪੁਲਿਸ ਨੇ ਉਹ ਜਿਹੜਾ ਸੱਜਣ ਪਿਆਰਾ ਜਿਸ ਨੇ ਚੋਰੀ ਕੋਈ ਨਹੀਂ ਸੀ ਕੀਤੀ, ਇਹ ਤੇ ਸਾਰੀ ਗੱਲ ਬਣਾਈ ਪਹਿਰੇਦਾਰ ਨੇ। ਜਿਸ ਵੇਲੇ ਪੁਲਿਸ ਦੇ ਵਿੱਚ ਕੇਸ ਚੱਲਿਆ ਤੇ ਹੁਣ ਸਾਰੇ ਗਵਾਹ ਬਣ ਗਏ। ਪਹਿਰੇਦਾਰ ਦੇ ਨਾਲ ਸਾਰੇ ਗਵਾਹ ਸਨ ਕਿ ਜਿਨ੍ਹਾਂ ਨੇ ਇਹ ਤੱਕਿਆ ਸੀ ਕਿ ਸਾਹਮਣੇ ਸੀਟੀ ਮਾਰ ਕੇ ਤੇ ਬੁਲਾਇਆ ਉਸਨੇ। ਹੁਣ ਸਾਰੇ ਉਸਦੇ ਗਵਾਹ ਬਣ ਗਏ। ਪਿਆਰਿਓ ਹੋਇਆ ਕੀ, ਉਹ ਜਿਹੜਾ ਸੱਜਣ ਪਿਆਰਾ ਜਿਸ ਨੇ ਕੁਝ ਵੀ ਨਹੀਂ ਸੀ ਕੀਤਾ, ਝੂਠ ਦਾ ਸਾਰਾ ਪਲੰਦਾ ਬਣ ਗਿਆ। ਜੱਜ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਫਾਂਸੀ ਦੀ ਸਜ਼ਾ ਜਿਸ ਵੇਲੇ ਸੁਣਾ ਦਿੱਤੀ ਤੇ ਪਿਆਰਿਓ ਜਦੋਂ ਫਾਂਸੀ ਦੀ ਸਜ਼ਾ ਹੋਈ, ਉਸ ਸੱਜਣ ਪਿਆਰੇ ਨੇ ਇਹ ਗੱਲ ਆਖੀ ਕਿ ਜੱਜ ਸਾਹਿਬ ਤੁਸੀਂ ਜੋ ਇਹ ਫੈਸਲਾ ਕੀਤਾ ਹੈ ਇਹ ਸਹੀ ਨਹੀਂ ਕੀਤਾ, ਇਹ ਫੈਸਲਾ ਗਲਤ ਕੀਤਾ ਹੈ। ਪਿਆਰੂ ਵਿੱਚ ਮੈਂ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕਰ ਲਵਾਂ। ਸੰਤ ਬਾਬਾ ਨੰਦ ਸਿੰਘ ਜੀ ਹੁਣਾਂ ਦੇ ਕੋਲ ਇੱਕ ਗੁਰਮੁਖ ਪਿਆਰਾ ਆਇਆ ਜਿਹੜਾ ਕਿ ਜੱਜ ਸੀ, ਜਿਹੜਾ ਜੱਜ ਦੀ ਪਦਵੀ 'ਤੇ ਬੈਠਾ ਹੋਇਆ ਸੀ ਤੇ ਆ ਕਰਕੇ ਗੁਰਫਤਿਹ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੱਥਾ ਟੇਕਿਆ ਤੇ ਆਖਣ ਲੱਗਾ ਮਹਾਂਪੁਰਸ਼ੋ ਮੈਨੂੰ ਵੀ ਕੋਈ ਮਾਰਗਦਰਸ਼ਨ ਕਰੋ। ਕਹਿੰਦੇ ਤੁਸੀਂ ਕੀ ਕੰਮ ਕਰਦੇ ਹੋ? ਕਹਿੰਦੇ ਮੈਂ ਜੱਜ ਹਾਂ। ਕਹਿੰਦੇ ਠੀਕ ਹੈ ਕਿ ਤੁਸੀਂ ਜੱਜਮੈਂਟ ਦਾ ਕੰਮ ਕਰਦੇ ਹੋ, ਜੱਜ ਹੋ, ਤੁਹਾਡੀ ਕਲਮ ਦੇ ਨਾਲ ਕਿਸੇ ਨੂੰ ਫਾਂਸੀ 'ਤੇ ਲਟਕਾਇਆ ਜਾ ਸਕਦਾ, ਤੁਹਾਡੀ ਕਲਮ ਦੇ ਨਾਲ ਕੋਈ ਬਚ ਸਕਦਾ, ਪਰ ਜੱਜ ਸਾਹਿਬ ਇੱਕ ਗੱਲ ਦਾ ਖਿਆਲ ਰੱਖਣਾ,
ਤੁਸੀਂ ਵੀ ਇੱਕ ਦਿਨ ਕਟਹਿਰੇ ਦੇ ਵਿੱਚ ਖੜੇ ਹੋਵੋਗੇ। ਕਹਿੰਦੇ ਮੈਂ ਕਿਸ ਵਾਸਤੇ ਕਟਹਿਰੇ ਦੇ ਵਿੱਚ ਖੜਾ ਹੋਵਾਂਗਾ ਬਾਬਾ ਜੀ, ਮੈਂ ਤਾਂ ਕੋਈ ਕਰਮ ਐਸਾ ਕੀਤਾ ਨਹੀਂ। ਕਹਿੰਦੇ ਦੁਨੀਆ ਦੀ ਕਚਹਿਰੀ ਵਿੱਚ ਨਹੀਂ, ਉਸ ਮਾਲਕ ਦੀ ਕਚਹਿਰੀ ਦੇ ਵਿੱਚ ਜਦੋਂ ਹਿਸਾਬ ਕਿਤਾਬ ਹੋਣਾ, ਇੱਥੇ ਤੇਰੀ ਕਲਮ ਚੱਲ ਰਹੀ ਹੈ, ਉਸ ਮਾਲਕ ਦੀ ਕਲਮ ਚੱਲੇਗੀ, ਉਸ ਜੱਜ ਦੀ ਕਲਮ ਚੱਲੇਗੀ। ਤੇਰਾ ਲੇਖਾ ਜੋਖਾ ਵੇਖਿਆ ਜਾਵੇਗਾ ਕਿ ਕੀ ਤੂੰ ਕੀਤਾ ਹੈ। ਕਿਤੇ ਨਜਾਇਜ਼ ਕਲਮ ਤੇ ਨਹੀਂ ਚਲਾਈ। ਜੱਜ ਸਾਹਿਬ ਇਸ ਗੱਲ ਦਾ ਖਿਆਲ ਰੱਖਣਾ, ਕਿਧਰੇ ਤੁਹਾਡੀ ਕਲਮ ਦੇ ਨਾਲ ਕੋਈ ਨਜਾਇਜ਼ ਨਾ ਮਾਰਿਆ ਜਾਵੇ, ਕਿਸੇ ਤੇ ਜ਼ੁਲਮ ਨਾ ਢਾਇਆ ਜਾਵੇ। ਤੁਹਾਡੀ ਕਲਮ ਦੇ ਵਿੱਚ ਬੜੀ ਤਾਕਤ ਹੈ, ਪਰ ਇਸ ਨੂੰ ਚੰਗੀ ਵਰਤੋਂ ਕਰਿਓ। ਕਹਿੰਦੇ ਮਹਾਂਪੁਰਸ਼ਾਂ ਨੂੰ ਫਤਿਹ ਕੀਤੀ। ਆਖਣ ਲੱਗਾ ਬਾਬਾ ਜੀ ਬਹੁਤ ਬਹੁਤ ਤੁਸੀਂ ਇਹ ਭਲੇ ਦੀ ਗੱਲ ਦੱਸੀ ਹੈ, ਮੈਂ ਪਹਿਲਾਂ ਤੋਂ ਹੀ ਇਸ ਪਾਸੇ ਦਾ ਖਿਆਲ ਰੱਖਦਾ, ਹੁਣ ਅਗਾਂਹ ਤੋਂ ਜ਼ਰੂਰ ਖਿਆਲ ਰੱਖਾਂਗਾ ਕਿ ਮੇਰੇ 'ਤੇ ਵੀ ਕੋਈ ਕਲਮ ਚਲਾਉਣ ਵਾਲਾ ਹੈ। ਪਿਆਰੋ, ਜਿਸ ਵੇਲੇ ਉਹ ਜੱਜ ਦੇ ਕੋਲ ਇਹ ਕੇਸ ਆਇਆ, ਜੱਜ ਦੇ ਕੋਲ ਕੇਸ ਆਇਆ ਤੇ ਜੱਜ ਨੇ ਉਹ ਸੱਜਣ ਪਿਆਰੇ ਨੂੰ ਜਿਸ ਨੇ ਕਤਲ ਕੀਤਾ ਕੋਈ ਨਹੀਂ ਸੁਨਾਰੇ ਦਾ, ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਹੁਣ ਉਹ ਸੱਜਣ ਪਿਆਰਾ ਕਹਿੰਦਾ ਜੱਜ ਸਾਹਿਬ ਮੈਂ ਕਤਲ ਕੀਤਾ ਕੋਈ ਨਹੀਂ, ਮੈਨੂੰ ਝੂਠਾ ਫਸਾਇਆ ਗਿਆ ਹੈ, ਝੂਠਾ ਮੈਨੂੰ ਫਸਾਇਆ ਗਿਆ। ਇਹ ਕਤਲ ਕੀਤਾ ਇਸ ਚੌਂਕੀਦਾਰ ਨੇ, ਇਸ ਪਹਿਰੇਦਾਰ ਨੇ, ਪਰ ਮੈਨੂੰ ਇਸਨੇ ਪਹਿਲੋਂ ਇਹ ਗੱਲ ਆਖੀ ਸੀ ਕਿ ਤੂੰ ਮੇਰੇ ਕੋਲੋਂ ਨਾਲ ਹਿੱਸੇਦਾਰ ਬਣ ਜਾ। ਮੈਂ ਹਿੱਸੇਦਾਰ ਨਹੀਂ ਬਣਿਆ, ਇਸ ਕਰਕੇ ਇਸਨੇ ਸੀਟੀ ਵਜਾ ਕੇ ਸਾਜ਼ਿਸ਼ ਕਰਕੇ ਮੈਨੂੰ ਫਸਾ ਦਿੱਤਾ। ਹੁਣ ਜੱਜ ਨੇ ਸੋਚਿਆ ਕਿ ਹੋ ਸਕਦਾ ਇਹਦੀ ਗੱਲ ਦੇ ਵਿੱਚ ਸੱਚਾਈ ਹੋਵੇ, ਇਸਨੇ ਕਤਲ ਨਾ ਕੀਤਾ ਹੋਵੇ, ਇਸਨੇ ਕਤਲ ਨਾ ਕੀਤਾ ਹੋਵੇ। ਤੇ ਜੱਜ ਆਖਣ ਲੱਗਾ ਕੋਈ ਨਾ, ਮੈਂ ਤੁਹਾਡੇ ਕੇਸ ਦੀ ਪੂਰੀ ਪੈਰਵਾਈ ਕਰਾਂਗਾ, ਜ਼ਮਾਨਤ 'ਤੇ ਮੈਂ ਤੈਨੂੰ ਛੱਡ ਰਿਹਾ, ਪਰ ਫਿਰ ਵੀ ਤੁਸੀਂ ਇਹ ਨਾ ਸਮਝ ਲੈਣਾ ਕਿ ਤੈਨੂੰ ਮੁਕਤ ਕਰ ਦਿੱਤਾ ਗਿਆ, ਸਜ਼ਾ ਤੋਂ ਮੁਕਤ ਕਰ ਦਿੱਤਾ ਗਿਆ। ਕੁਝ ਸਮੇਂ ਵਾਸਤੇ ਤੁਹਾਡੀ ਜ਼ਮਾਨਤ ਤੁਹਾਨੂੰ ਮੈਂ ਦੇ ਦਿੰਦਾ, ਪਰ ਮੈਂ ਤਹਿਕੀਕਾਤ ਪੂਰਾ ਕਰਾਂਗਾ, ਤਹਿਕੀਕਾਤ ਪੂਰਾ ਕਰਾਂਗਾ। ਜੱਜ ਨੇ ਪਿਆਰਿਓ ਇੱਕ ਪਲਾਨ ਬਣਾਇਆ। ਕਹਿੰਦੇ ਠਹਿਰ ਜਾਓ, ਹੁਣੇ ਤੁਸੀਂ ਕਹਿੰਦੇ ਠਹਿਰ ਜਾਓ। ਹਾਲੀ ਖੜੇ ਹੀ ਸਨ। ਪਲਾਨ ਕੀ ਬਣਾਇਆ ਹੋਇਆ, ਇੱਕ ਬੀਬੀ ਆਈ ਰੋਂਦੀ ਰੋਂਦੀ, ਰੋਂਦੀ ਰੋਂਦੀ ਆਈ, ਆਖਣ ਲੱਗੀ ਮੇਰੇ ਪੁੱਤਰ ਨੂੰ ਕਿਸੇ ਨੇ ਮਾਰ ਦਿੱਤਾ। ਜੱਜ ਸਾਹਿਬ ਮੇਰੇ ਪੁੱਤਰ ਨੂੰ ਕਿਸੇ ਨੇ ਮਾਰ ਦਿੱਤਾ ਤੇ ਤੁਸੀਂ ਮੈਨੂੰ ਪਤਾ ਬਿਲਕੁਲ ਯੋਗ ਫੈਸਲਾ ਕਰਦੇ ਹੋ, ਤੁਸੀਂ ਬਿਲਕੁਲ ਕਿਸੇ ਨਾਲ ਨਜਾਇਜ਼ ਨਹੀਂ ਕਰਦੇ ਤੇ ਮੇਰਾ ਫੈਸਲਾ ਵੀ ਠੀਕ ਠੀਕ ਕੀਤਾ ਜਾਵੇ। ਮੇਰੇ ਪੁੱਤਰ ਦੀ ਮੌਤ ਹੋ ਗਈ ਹੈ। ਹੁਣ ਜੱਜ ਸਾਹਿਬ ਨੇ ਆਖਿਆ ਪਿਆਰੂ ਉਹ ਜਿਹੜਾ ਪਹਿਰੇਦਾਰ ਸੀ ਤੇ ਉਹ ਜਿਹੜਾ ਸੱਜਣ ਪਿਆਰਾ ਜਿਸ ਨੂੰ ਫਾਂਸੀ ਦੀ ਸਜ਼ਾ ਹੋਈ ਪਈ ਸੀ, ਉਹਨਾਂ ਦੋਨਾਂ ਨੂੰ ਆਖਿਆ ਕਿ ਇਸ ਦੇ ਪੁੱਤਰ ਦੀ ਲਾਸ਼ ਨੂੰ ਲੈ ਕੇ ਤੁਸੀਂ ਇੱਥੇ ਕਟਹਿਰੇ ਦੇ ਵਿੱਚ ਆਓ। ਕਹਿੰਦੇ ਇੱਥੇ ਲੈ ਕੇ ਜਿਸ ਵੇਲੇ ਆਓਗੇ ਤੇ ਫਿਰ ਕਹਿੰਦੇ ਅੱਗੇ ਗੱਲ ਕਰਾਂਗੇ ਤੁਹਾਡੀ ਵੀ। ਹੁਣ ਕਹਿੰਦੇ ਇਹ ਦੋਨੋਂ ਹੀ, ਉਹ ਸੱਜਣ ਪਿਆਰਾ ਵੀ ਜਿਸ ਨੇ ਕਤਲ ਕੀਤਾ ਕੋਈ ਨਹੀਂ ਸੀ ਤੇ ਉਹ ਪਹਿਰੇਦਾਰ ਵੀ, ਦੋਨੋਂ ਹੀ ਕਹਿੰਦੇ ਉਸ ਬੀਬੀ ਦੇ ਘਰ ਦੇ ਵਿੱਚ ਗਏ ਨੇ। ਬੀਬੀ ਦੇ ਘਰ ਦੇ ਵਿੱਚ ਗਏ, ਉਹਨਾਂ ਨੇ ਜਿਹੜੇ ਕਹਿੰਦੇ ਸੀ ਕਿ ਬੱਚੇ ਦਾ ਕਤਲ ਹੋ ਗਿਆ, ਉਸ ਨੂੰ ਇੱਕ ਫੱਟੇ ਦੇ ਉੱਤੇ ਪਾਇਆ। ਫੱਟੇ ਦੇ ਉੱਤੇ ਪਾ ਕਰਕੇ ਦੋ ਬੰਦੇ ਪਿੱਛੇ ਲੱਗੇ, ਦੋ ਬੰਦੇ ਅੱਗੇ ਲੱਗੇ। ਇਹ ਦੋਨੋਂ ਹੀ, ਇਹ ਸੱਜਣ ਤੇ ਪਹਿਰੇਦਾਰ ਅੱਗੇ ਅੱਗੇ ਲੱਗੇ ਨੇ ਤੇ ਇੱਕ ਜਿਹੜਾ ਮੁਰਦਾ ਘੋਸ਼ਟ ਕੀਤਾ ਹੋਇਆ ਸੀ ਉਹ ਫੱਟੀ 'ਤੇ ਪਿਆ ਹੋਇਆ। ਰਸਤੇ ਦੇ ਵਿੱਚ ਪਹਿਰੇਦਾਰ ਪਤਾ ਕੀ ਕਹਿੰਦਾ, ਪਹਿਰੇਦਾਰ ਉਸ ਸੱਜਣ ਪਿਆਰੇ ਨੂੰ ਕਹਿੰਦਾ ਵੇਖ ਲੈ ਪਿਆਰਿਆ, ਵੇਖ ਲੈ, ਜੇ ਤੂੰ ਉਸ ਦਿਨ ਮੇਰੀ ਗੱਲ ਮੰਨ ਜਾਂਦਾ, ਹਿੱਸਾ ਲੈ ਲੈਂਦਾ ਤੇ ਤੈਨੂੰ ਕੁਝ ਵੀ ਨਹੀਂ ਸੀ ਹੋਣਾ, ਤੈਨੂੰ ਕੁਝ ਵੀ ਨਹੀਂ ਸੀ ਹੋਣਾ। ਵੇਖ ਲੈ, ਕਤਲ ਮੈਂ ਕੀਤਾ ਤੇ ਫਾਂਸੀ ਦੀ ਸਜ਼ਾ ਤੈਨੂੰ ਹੋਈ ਹੈ, ਫਾਂਸੀ ਦੀ ਸਜ਼ਾ ਤੈਨੂੰ ਹੋ ਗਈ ਹੈ। ਜੇ ਉਸ ਦਿਨ ਮੇਰੀ ਗੱਲ ਮੰਨ ਲੈਂਦਾ ਤੇ ਤੇਰੇ ਨਾਲ ਐਸਾ ਕੁਝ ਵੀ ਨਹੀਂ ਸੀ ਹੋਣਾ। ਹੁਣ ਕਹਿੰਦੇ ਪਿਆਰਿਓ ਜਿਸ ਵੇਲੇ ਇਹਨਾਂ ਨੇ ਆ ਕੇ ਜੱਜ ਦੀ ਕਚਹਿਰੀ ਦੇ ਵਿੱਚ ਉਹ ਤਖਤਾ ਰੱਖਿਆ, ਉਹ ਫੱਟਾ ਰੱਖਿਆ ਤੇ ਜਿਸ ਨੂੰ ਮੁਰਦਾ ਘੋਸ਼ਿਤ ਕੀਤਾ ਹੋਇਆ ਸੀ, ਇਹ ਤੇ ਇੱਕ ਪਲਾਨ ਸੀ ਜੱਜ ਦਾ ਬਣਾਇਆ ਹੋਇਆ। ਇਹ ਜਿਹੜੀ ਬੀਬੀ ਰੋਂਦੀ ਰੋਂਦੀ ਆਈ, ਇਹ ਵੀ ਇੱਕ ਪਲਾਨ ਬਣਾਇਆ ਹੋਇਆ ਸੀ ਕਿ ਕਿਸੇ ਤਰੀਕੇ ਦੇ ਨਾਲ ਇਸ ਫੈਸਲੇ 'ਤੇ ਪੂਰਾ ਪੂਰਾ ਉਤਰਿਆ ਜਾਵੇ
ਜਿਹੜਾ ਫੈਸਲਾ ਕੀਤਾ ਹੈ ਇਹ ਠੀਕ ਕੀਤਾ ਜਾਵੇ, ਇਸ ਨੂੰ ਦਰੁਸਤ ਕੀਤਾ ਜਾਵੇ। ਉਹ ਜਿਹੜਾ ਫੱਟੇ ਉੱਤੇ ਪਿਆ ਹੋਇਆ ਸੀ ਪਿਆਰਿਓ, ਮਰਿਆ ਹੋਇਆ ਬੰਦਾ ਕੋਈ ਨਹੀਂ ਸੀ, ਕਿਸੇ ਦਾ ਪੁੱਤਰ ਕੋਈ ਨਹੀਂ ਸੀ ਮਰਿਆ। ਉਹ ਉੱਠ ਕੇ ਬੈਠ ਗਿਆ, ਕਟਹਿਰੇ ਦੇ ਵਿੱਚ ਖੜਾ ਹੋ ਗਿਆ। ਕਹਿੰਦੇ ਜੱਜ ਸਾਹਿਬ, ਜੋ ਕੁਝ ਤੁਸੀਂ ਮੈਨੂੰ ਵੇਖਣ ਵਾਸਤੇ, ਸੁਣਨ ਵਾਸਤੇ ਆਖਿਆ ਸੀ, ਉਹ ਮੈਂ ਸੁਣ ਲਿਆ ਹੈ। ਕਹਿੰਦੇ ਇਹ ਜਿਹੜਾ ਕਤਲ ਹੋਇਆ, ਕਤਲ ਪਹਿਰੇਦਾਰ ਨੇ ਕੀਤਾ। ਮੈਂ ਆਪਣੇ ਕੰਨਾਂ ਦੇ ਨਾਲ ਇਹ ਗੱਲ ਸੁਣ ਲਈ ਹੈ ਕਿ ਇਹ ਕਹਿ ਰਿਹਾ ਸੀ ਇਹ ਸੱਜਣ ਪਿਆਰੇ ਨੂੰ ਇਹਦਾ ਦੋਸ਼ ਕੋਈ ਨਹੀਂ ਆ। ਇਹ ਪਹਿਰੇਦਾਰ ਨੇ ਕਤਲ ਕੀਤਾ, ਇਸ ਨੇ ਕਬੂਲ ਕੀਤਾ ਹੈ, ਇਸ ਨੇ ਕਬੂਲ ਕਰ ਲਿਆ ਹੈ ਕਿ ਕਤਲ ਮੈਂ ਕੀਤਾ ਹੈ। ਰਸਤੇ ਦੇ ਵਿੱਚ ਇਹ ਕਹਿ ਰਿਹਾ ਸੀ ਜੇ ਕਿਧਰੇ ਤੂੰ ਮੰਨ ਜਾਂਦਾ ਉਸ ਦਿਨ ਤੇ ਤੇਰੇ ਨਾਲ ਇਹ ਹਸ਼ਰ ਨਾ ਹੁੰਦਾ, ਤੇਰੇ ਨਾਲ ਹਸ਼ਰ ਇਹ ਤਾਂ ਹੋਇਆ ਤੂੰ ਫਾਂਸੀ ਦੇ ਤਖਤੇ ਤੇ ਵੇਖ ਲਾ ਆ ਗਿਆ ਤੇ ਮੈਂ ਫੇਰ ਬਚ ਗਿਆ। ਹੁਣ ਜੱਜ ਨੇ ਪਿਆਰਿਓ ਸਾਰੀ ਜੱਜਮੈਂਟ ਬਦਲ ਦਿੱਤੀ। ਸਾਰੀ ਜੱਜਮੈਂਟ ਬਦਲ ਕੇ ਉਹ ਆਖਣ ਲੱਗਾ ਇਹ ਜਿਹੜਾ ਪਹਿਰੇਦਾਰ ਹੈ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ, ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੋਵੇਗੀ। ਉਹ ਸੱਜਣ ਪਿਆਰੇ ਨੂੰ ਜੱਜ ਕਹਿੰਦਾ ਵੀ ਪਿਆਰਿਆ ਤੂੰ ਮੈਨੂੰ ਇਹ ਗੱਲ ਦੱਸ, ਇਹ ਤੇ ਕਤਲ ਤੂੰ ਨਹੀਂ ਕੀਤਾ, ਇਹ ਤੇ ਸਾਫ਼ ਹੋ ਗਈ ਗੱਲ, ਇਹ ਕਤਲ ਤੂੰ ਨਹੀਂ ਕੀਤਾ, ਪਰ ਕੁਝ ਨਾ ਕੁਝ ਤੇ ਤੂੰ ਕੀਤਾ ਹੋਵੇਗਾ। ਮੇਰੀ ਕਲਮ ਕਦੇ ਅਨਿਆਂ ਨਹੀਂ ਕਰਦੀ, ਮੇਰੀ ਕਲਮ ਤੋਂ ਕਦੀ ਵੀ ਅਨਿਆਂ ਨਹੀਂ ਹੋਇਆ ਕਿਸੇ ਦੇ ਨਾਲ। ਮੈਂ ਨਿਆਂ ਹਮੇਸ਼ਾ ਕਰਦਾ ਹਾਂ, ਜੋ ਵੀ ਮੈਂ ਫੈਸਲਾ ਕਰਦਾ ਪੂਰਾ ਤਹਿਕੀਕਾਤ ਕਰਕੇ ਕਰਦਾ ਹਾਂ। ਪਰ ਇਹ ਵੀ ਜੋ ਫੈਸਲਾ ਹੋਇਆ ਗਲਤ ਕਿਵੇਂ ਹੋਇਆ ਕਿ ਲੋਕਾਂ ਨੇ ਅਗਵਾਈ ਦਿੱਤੀ ਹੈ, ਲੋਕਾਂ ਨੇ ਅਗਵਾਈ ਦਿੱਤੀ ਚੌਕੀਦਾਰ ਦੇ ਨਾਲ ਰਲ ਕੇ ਕਿ ਇਹ ਸੱਜਣ ਪਿਆਰੇ ਨੇ ਕਤਲ ਕੀਤਾ, ਜਦ ਕਿ ਇਸਨੇ ਕਤਲ ਕੀਤਾ ਕੋਈ ਨਹੀਂ ਸੀ, ਹੁਣ ਤੂੰ ਮੈਨੂੰ ਇਹ ਗੱਲ ਦੱਸ ਕਿ ਤੈਨੂੰ ਜਿਹੜੀ ਸਜ਼ਾ ਮੇਰੇ ਵੱਲੋਂ ਸੁਣਾਈ ਗਈ ਹੈ, ਕੁਝ ਨਾ ਕੁਝ ਤੇ ਤੂੰ ਵੀ ਜ਼ਿੰਦਗੀ ਦੇ ਵਿੱਚ ਕੀਤਾ ਹੋਵੇਗਾ। ਐਸਾ ਕਰ ਤਾਂ ਹੀ ਤੇਰੇ ਤੇ ਕਲਮ ਇਹ ਚੱਲੀ ਹੈ, ਇਹ ਤੇਰੇ ਵਾਸਤੇ ਇਹ ਜਿਹੜੀ ਫਾਂਸੀ ਦੀ ਕਲਮ ਚੱਲੀ ਤਾਂ ਹੀ ਚੱਲੀ ਹੈ, ਤੇ ਤੂੰ ਮੈਨੂੰ ਸੱਚ ਦੱਸ। ਕਹਿੰਦੇ ਜੱਜ ਸਾਹਿਬ ਜੇ ਤੁਸੀਂ ਹੁਣ ਪੁੱਛਣ ਹੀ ਲੱਗੇ ਹੋ ਤਾਂ ਮੈਂ ਬਿਲਕੁਲ ਸੱਚ ਦੱਸਦਾ, ਜੋ ਕੁਝ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਹੋਇਆ ਉਹ ਤੁਹਾਨੂੰ ਮੈਂ ਸੱਚ ਦੱਸਦਾ। ਕਹਿੰਦਾ ਕਿ ਮੇਰਾ ਵਿਆਹ ਹੋਇਆ, ਮੇਰੀ ਘਰ ਵਾਲੀ ਪਤਨੀ ਜਿਹੜੀ ਮੇਰੀ ਸੀ, ਕਹਿੰਦੇ ਉਹਦੇ ਕਿਸੇ ਦੇ ਨਾਲ ਨਜਾਇਜ਼ ਸੰਬੰਧ ਸਨ। ਉਹ ਕਹਿੰਦੇ ਘਰ ਦੇ ਵਿੱਚ ਆਇਆ ਕਰਦਾ ਸੀ ਤੇ ਮੈਂ ਆਪਣੀ ਪਤਨੀ ਨੂੰ ਸਮਝਾਇਆ ਵੀ ਤੂੰ ਇਹ ਕੰਮ ਕਰਨਾ ਛੱਡ ਦੇ, ਪਰ ਨਾ ਤਾਂ ਮੇਰੀ ਪਤਨੀ ਹਟੀ ਤੇ ਨਾ ਉਹ ਆਉਣੋਂ ਹਟਿਆ, ਨਾ ਉਹ ਆਦਮੀ ਆਉਣੋਂ ਹਟਿਆ। ਇੱਕ ਦਿਨ ਮੈਨੂੰ ਕਹਿੰਦੇ ਗੁੱਸਾ ਆਇਆ, ਕਹਿੰਦੇ ਜੱਜ ਸਾਹਿਬ ਇਹ ਗੱਲ ਤੇ ਬਰਦਾਸ਼ਤ ਕੋਈ ਵੀ ਨਹੀਂ ਕਰ ਸਕਦਾ, ਕਿਸੇ ਦੀ ਵੀ ਬਰਦਾਸ਼ਤ ਤੋਂ ਬਾਹਰ ਹੈ। ਮੈਂ ਕੀ ਕੀਤਾ, ਘਰ ਵਾਲੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ, ਬਾਹਰ ਹੀ ਆਉਂਦੇ ਨੂੰ ਮਾਰ ਦਿੱਤਾ ਤੇ ਮਾਰ ਕੇ ਉਸ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ, ਉਸ ਦਾ ਲਟੰਕਾ ਖਤਮ ਕਰ ਦਿੱਤਾ। ਇਹ ਮੇਰੇ ਕੋਲ ਹੋਇਆ, ਇਹ ਪਾਪ ਕਰਮ ਮੇਰੇ ਕੋਲ ਹੋਇਆ ਔਰ ਮੈਂ ਜਾਣ-ਬੁੱਝ ਕੇ ਨਹੀਂ ਕੀਤਾ, ਉਸਨੇ ਮੈਨੂੰ ਮਜਬੂਰ ਕਰ ਦਿੱਤਾ ਇਹ ਪਾਪ ਕਰਮ ਕਰਨ ਵਾਸਤੇ। ਜੱਜ ਆਖਣ ਲੱਗਾ ਠੀਕ ਹੈ, ਜੋ ਕੁਝ ਵੀ ਤੂੰ ਕੀਤਾ ਕਤਲ ਤੇ ਤੂੰ ਕੀਤਾ ਨਾ, ਫਿਰ ਵੀ ਮੇਰੀ ਕਲਮ ਕਦੇ ਗਲਤ ਫੈਸਲਾ ਨਹੀਂ ਕਰਦੀ। ਹੁਣ ਤੈਨੂੰ ਉਮਰ ਕੈਦ ਭੋਗਣੀ ਪਵੇਗੀ, ਉਮਰ ਕੈਦ ਤੈਨੂੰ ਭੁਗਤਣੀ ਪਵੇਗੀ। ਉਹ ਜੋ ਚੌਕੀਦਾਰ ਹੈ, ਉਹ ਜੋ ਪਹਿਰੇਦਾਰ ਹੈ, ਉਸ ਨੂੰ ਫਾਂਸੀ ਦੀ ਸਜ਼ਾ। ਯਾਰ ਉਹ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹਨੂੰ ਉਹੋ ਜਿਹਾ ਅਫਜ਼ਾਨਾ ਜ਼ਰੂਰ ਹੀ ਮਿਲ ਜਾਂਦਾ ਹੈ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ। ਇਹੀਓ ਗੱਲ ਅਸੀਂ ਆਖਦੇ ਹਾਂ ਨਾ ਕਿ ਮੈਂ ਤੇ ਮਾੜਾ ਕਰਮ ਕਰਦਾ ਕੋਈ ਨਹੀਂ, ਆਹ ਦੂਸਰੇ ਲੋਕ ਵੇਖੋ ਕਿਤਨੇ ਮਾੜੇ ਕਰਮ ਕਰਦੇ ਨੇ, ਉਹ ਸੁੱਖ ਭੋਗ ਰਹੇ ਨੇ। ਪਿਆਰਿਓ ਜਿਤਨੇ ਕੁ ਸੁੱਖ ਉਹਨਾਂ ਦੇ ਪ੍ਰਾਣੀ ਭਰਾ ਲੱਭਦੇ ਹੋਇਆ ਕਰਦੇ ਨੇ, ਜਿਹੜੇ ਉਹਨਾਂ ਦੇ ਚੰਗੇ ਕਰਮ ਕੀਤੇ ਹੁੰਦੇ ਨੇ, ਉਹਨਾਂ ਨੂੰ ਜਦੋਂ ਭੋਗ ਲੈਂਦੇ ਨੇ, ਜਦੋਂ ਪੂਰੇ ਹੋ ਜਾਂਦੇ ਨੇ ਉਹਨਾਂ ਦੇ ਉਹ ਕੀਤੇ ਹੋਏ ਚੰਗੇ ਪੁੰਨ, ਜਦੋਂ ਉਹ ਖਤਮ ਹੋ ਜਾਂਦੇ ਨੇ ਤੇ ਫਿਰ ਪਿਆਰਿਓ ਉਹਨਾਂ ਦੀ ਵਾਰੀ ਵੀ ਆ ਜਾਂਦੀ ਹੈ, ਕੋਈ ਕਈਆਂ ਦੇ ਪਹਿਲੇ ਪੁੰਨ ਕਰਮ ਜ਼ਿਆਦਾ ਹੋਇਆ ਕਰਦੇ ਨੇ, ਉਹਨਾਂ ਨੂੰ ਉਹ ਖਾ ਰਹੇ ਹੁੰਦੇ ਨੇ, ਉਹਨਾਂ ਨੂੰ ਉਹ ਭੋਗ ਰਹੇ ਹੁੰਦੇ ਨੇ। ਜਦੋਂ ਉਹ ਪੁੰਨ ਕਰਮ ਖਤਮ ਹੋ ਜਾਂਦੇ ਨੇ ਤੇ ਪਾਪ ਕਰਮ ਫਿਰ ਅੱਗੇ ਆਉਂਦੇ ਨੇ। ਜ਼ਿੰਦਗੀ ਦੇ ਵਿੱਚ ਪਹਿਲੇ ਵੀ ਜਿਹੜੇ ਕੀਤੇ ਹੋਏ ਨੇ ਉਹ ਵੀ ਪਿਆਰਿਓ ਸਾਡੇ ਅੱਗੇ ਆਉਂਦੇ ਨੇ। ਜਿਵੇਂ
ਸਤਿਗੁਰਾਂ ਦੀ ਮੁਬਾਰਕ ਬਾਣੀ ਕਹਿੰਦੀ ਹੈ, ਸੰਚਿਤ ਸੰਚਿਤ ਥੈਲੀ ਕੀਨੀ, ਤਿਸ ਤੇ ਡਾਰ ਅਵਰ ਕੋ ਦੀਨੀ। ਜਿਵੇਂ ਧਨ ਇਕੱਤਰ ਕਰ ਕਰਕੇ ਅਸੀਂ ਕਹਿੰਦੇ ਬੈਂਕ ਦੇ ਵਿੱਚ ਪਾਈ ਜਾਂਦੇ ਹਾਂ, ਸੰਚਿਤ ਕਰਕੇ ਇਕੱਠਾ ਕਰੀ ਜਾਂਦੇ ਹਾਂ, ਇਸੇ ਤਰ੍ਹਾਂ ਹੀ ਸਾਡੇ ਜਿਹੜੇ ਕਰਮ ਨੇ, ਜਿਹੋ ਜਿਹੇ ਅਸੀਂ ਕਰਮ ਕਰੀ ਜਾ ਰਹੇ ਹਾਂ ਪਿਆਰਿਓ, ਇਹ ਸੰਚਿਤ ਹੋਈ ਜਾ ਰਹੇ ਨੇ। ਪਤਾ ਨਹੀਂ ਕਿੰਨੇ ਕਰਮਾਂ, ਕਿੰਨੇ ਜਨਮਾਂ ਦੇ ਕਰਮ ਸਾਡੇ ਸੰਚਿਤ ਹੋਏ ਪਏ ਨੇ ਸਾਡੇ ਪਿਆਰਿਓ। ਜਿਹੜੇ ਸਾਡੇ ਕਰਮ ਕੀਤੇ ਹੋਏ ਨੇ ਉਹ ਸਾਨੂੰ ਅਵਸ਼ ਹੀ ਫਲ ਦਿੰਦੇ ਨੇ। ਇਸੇ ਕਰਕੇ ਯਾਰੋ ਰਾਮਾਇਣ ਦੇ ਵਿੱਚ ਵੀ ਇਹ ਗੱਲ ਕਹਿੰਦੇ ਨੇ, ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਨੇ ਇਹ ਗੱਲ, ਭਾਈ ਅਰਜਨ ਨੂੰ ਤੂੰ ਕਰਮ ਕਰੀ ਜਾ, ਫਲ ਦੀ ਇੱਛਾ ਨਾ ਰੱਖ, ਫਲ ਦੀ ਇੱਛਾ ਨਾ ਰੱਖ, ਕਰਮ ਕਰੀ ਜਾ। ਕਰਮ ਕਰਨਾ ਹੈ ਪਿਆਰੋ, ਅਸੀਂ ਕਰਮ ਕਰਨਾ ਹੈ। ਜਦੋਂ ਕਰਮ ਕਰਾਂਗੇ ਤੇ ਉਹ ਫਲ ਸਾਨੂੰ ਜ਼ਰੂਰ ਦੇਵੇਗਾ। ਇੱਕ ਤਿਲ ਨਹੀਂ ਭੰਨੇ ਕੱਲ ਹੈ। ਤੇ ਕਰਮ ਕਰਨ ਲੱਗਿਆਂ ਇਹ ਸੋਚਣਾ ਜ਼ਰੂਰ ਹੈ, ਗੁਰੂ ਚਰਨਾਂ ਦੇ ਨਾਲ ਜੁੜ ਕੇ ਰਹੀਏ, ਬਾਣੀ ਦੇ ਨਾਲ ਜੁੜ ਕੇ ਰਹੀਏ। ਸਾਰੇ ਧਰਮਾਂ ਦਾ ਪਿਆਰੂ ਇਹੋ ਹੀ ਉਪਦੇਸ਼ ਹੈ। ਭਾਵੇਂ ਕੋਈ ਮੁਸਲਮਾਨ ਵੀਰ ਹੈ, ਭਾਵੇਂ ਕੋਈ ਹਿੰਦੂ ਵੀਰ ਹੈ, ਭਾਵੇਂ ਕੋਈ ਸਿੱਖ ਵੀਰ ਹੈ ਪਿਆਰੂ, ਸਾਰਿਆਂ ਵਾਸਤੇ ਇੱਕੋ ਹੀ ਉਪਦੇਸ਼ ਹੈ ਕਿ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰਹੀਏ, ਉਸ ਪਰਮੇਸ਼ਰ ਦਾ ਧਿਆਨ ਧਰੀਏ। ਜੋ ਵੀ ਕਰਮ ਕਰਨਾ ਹੈ, ਜਿਵੇਂ ਹੀ ਕਰਮ ਕਮਾਉਂਦਾ ਤੇਵੇਂ ਹੀ ਫਲ। ਤੇ ਜੋ ਕੁਝ ਅਸੀਂ ਕਰਾਂਗੇ ਉਹੀਓ ਸਾਨੂੰ ਭੁਗਤਣਾ ਪਵੇਗਾ ਪਿਆਰਿਓ। ਜਿਵੇਂ ਆਪ ਸ਼ੁਰੂ ਕੀਤਾ ਸ਼ਬਦ ਤੋਂ, ਨਰੂ ਮਰੇ ਨਰ ਕਾਮ ਨਾ ਆਵੈ, ਪਸ਼ੂ ਮਰੀ 10 ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। हाड जरे जो लकड़ी का तूला, केस जरै जो घास का पूला। कहत कबीर तब ही नर जागै, जम का डंड मोंड में लागे। जागदा मनुख कदों ਹਾਂ ਪਿਆਰਿਓ, ਜਦੋਂ ਸਾਰੀ ਉਮਰਾਂ ਵਿਆਹ ਜਾਂਦੀ ਹੈ, ਜਦੋਂ ਕੁਝ ਵੀ ਨਹੀਂ ਰਹਿ ਜਾਂਦਾ। ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰਹੀਏ ਪਿਆਰਿਓ। ਜਿਸ ਵੇਲੇ ਆਪ ਇਹ ਸਰਵਣ ਕਰਦੇ ਹੋ ਤੇ ਨਾਲ ਦੀ ਨਾਲ ਅੱਗੇ ਵੀ ਸ਼ੇਅਰ ਕਰਿਆ ਕਰੋ। ਦਾਸਰੇ ਦੀ ਬੇਨਤੀ ਹੈ ਕਿ ਗੁਰਬਾਣੀ ਦਾ ਪਸਾਰ ਜਿਤਨਾ ਵੀ ਕਰੋਗੇ ਪਿਆਰੂ, ਜਿਤਨਿਆਂ ਦੇ ਕੰਨਾਂ ਦੇ ਵਿੱਚ ਬਾਣੀ ਪਵੇਗੀ, ਗੁਰੂ ਦਾ ਇਤਿਹਾਸ ਪਵੇਗਾ, ਕੁਝ ਨਾ ਕੁਝ ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਜੇ ਕਿਧਰੇ ਕਿਨਕਾ ਕਿਧਰੇ ਵਸ ਜਾਵੇ ਹਿਰਦੇ ਘਟਦੇ ਦੇ ਵਿੱਚ, ਤੇ ਪਿਆਰਿਓ ਸਾਡਾ ਵੀ ਇਹ ਲੋਕ ਤੇ ਪਰਲੋਕ ਸਵਰ ਜਾਵੇਗਾ। ਲੋਕ ਪਰਲੋਕ ਸਵਾਰਨ ਵਾਸਤੇ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜੀਦਾ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ। ਕਰਮ ਦੀ ਗੱਲ ਇਸ ਦੇ ਵਿੱਚ ਵੀ ਆਉਂਦੀ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ। ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ, ਆਸੀਸ ਬਖਸ਼ਣੀ ਪਿਆਰੂ। ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ। ਗੱਜ ਵੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।